ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਿਮਰਨ ਧਾਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਤੇ ਉਂਗਲ ਚੁੱਕ ਕਸੂਤੇ ਫਸੇ ਢੱਡਰੀਆਂ ਵਾਲੇ ਜਲਦ ਹੋਣਗੇ ਤਲਬ। ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਸ਼ਿਕਾਇਤਾਂ। ਕਰਤਾਰਪੁਰ ਲਾਂਘੇ ਦਾ ਜਾਇਜ਼ਾ ਲੈਣ ਪਹੁੰਚੇ ਸੁਖਬੀਰ ਬਾਦਲ ਨੇ ਜੋੜੇ ਕੈਪਟਨ ਅਤੇ ਰੰਧਾਵਾ ਅੱਗੇ ਹੱਥ, ਦਿੱਤੀ ਵੱਡੀ ਨਸੀਹਤ। ਕਾਂਗਰਸ ਨੇ ਦਿੱਤਾ ਨਵਜੋਤ ਸਿੱਧੂ ਨੂੰ ਇੱਕ ਹੋਰ ਝਟਕਾ। ਸਿੱਧੂ ਨੂੰ ਸਦਮਾ, ਕੈਪਟਨ ਨੇ ਹਰ ਲਿਸਟ ਚੋਂ ਕੀਤਾ ਆਊਟ। ਮੋਦੀ ਦੇ ਲੀਡਰ ਨੇ ਖੋਲੀ ਬਗਾਵਤ। ਮੋਦੀ ਨੇ ਆਪਣੇ ਲੀਡਰਾਂ ਤੇ ਹੀ ਕੀਤਾ ਵੱਡਾ ਵਾਰ, ਬਾਦਸ਼ਾਹ ਕੀਤੇ ਨਜ਼ਰਅੰਦਾਜ਼। ਕੈਮਰੇ ਸਾਹਮਣੇ ਆ ਮਾਨ ਦੇ ਲੀਡਰ ਨੇ ਕੈਪਟਨ ਦੀ ਪੁਲਿਸ ਦੀਆਂ ਉਡਾਈਆਂ ਧੱਜੀਆਂ, ਦਿੱਤੀ ਕੈਪਟਨ ਨੂੰ ਨਸੀਹਤ। ਕੈਪਟਨ ਸਰਕਾਰ ਤੇ ਲੱਗੇ ਟਿਕਟ ਵੇਚਣ ਦੇ ਆਰੋਪ। ਕੈਪਟਨ ਦੇ ਲੀਡਰਾਂ ਨੇ ਦਿੱਤਾ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ। ਬੱਚਿਆਂ ਦੇ ਸਮਾਗਮ 'ਚ ਪਹੁੰਚ ਗੁਰਜੀਤ ਔਜਲਾ ਨੇ ਕੀਤੀ ਰਾਜਨੀਤੀ। ਬਾਦਲ ਪਰਿਵਾਰ ਤੇ ਕਸੇ ਤੰਜ। ਤੇ ਹੁਣ ਖਬਰਾਂ ਵਿਸਤਾਰ ਨਾਲ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਤੇ ਉਂਗਲ ਚੁੱਕਣ ਤੇ ਸਿੱਖੀ ਦਾ ਗਲਤ ਪ੍ਰਚਾਰ ਕਰਨ ਦਾ ਮਾਮਲਾ ਦਿਨੋ ਦਿਨ ਗਰਮਾਉਂਦਾ ਜਾ ਰਿਹਾ ਹੈ ਤੇ ਇਸ ਮਾਮਲੇ 'ਚ ਢੱਡਰੀਆਂ ਵਾਲੇ ਕਸੂਤੇ ਫਸਦੇ ਨਜ਼ਰ ਆ ਰਹੇ ਨੇ। ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਢੱਡਰੀਆਂ ਵਾਲੇ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਦੀ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ। ਇਸ ਮਾਮਲੇ ਤੇ ਕੀ ਕਹਿਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ, ਆਓ ਦੇਖਦੇ ਹਾਂ। ਪਹਿਲਾਂ ਵੀ ਇਹ ਮਾਮਲਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਰਿਹਾ ਹੈਗਾ। ਪਿਛਲੇ ਸਮੇਂ ਦੌਰਾਨ ਵੀ ਕੁਝ ਡਿਸੀਜਨ ਜਿਹੜੇ ਆ ਇਸ ਮਸਲੇ ਦੇ ਉੱਤੇ ਲਏ ਗਏ ਸੀ, ਜਿਵੇਂ ਉਹਨਾਂ ਦੀਆਂ ਆਡੀਓ ਕੈਸਟਾਂ ਨੂੰ ਘੋਖਣ ਦੀ ਗੱਲ ਹੋਈ ਸੀ। ਇਸ ਵਾਰ ਨਵੇਂ ਸਿਰਿਓਂ ਫਿਰ ਇਹ ਮਾਮਲਾ ਜਿਹੜਾ ਕੁਝ ਪ੍ਰਚਾਰਕਾਂ ਵੱਲੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਲਿਆਂਦਾ ਗਿਆ ਤੇ ਉਹਦੀ ਜਿਹੜੀ ਹੈ ਕੋਖ ਵਿਚਾਰ ਜਿਹੜੀ ਹੈ ਉਹ ਕੀਤੀ ਜਾਊਗੀ। ਉਸ ਤੋਂ ਬਾਅਦ ਹੀ ਕੋਈ ਅਗਲਾ ਕਦਮ ਜਿਹੜਾ ਉਹ ਚੁੱਕਣ ਬਾਰੇ ਸੋਚਿਆ ਜਾਏਗਾ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਢੱਡਰੀਆਂ ਵਾਲੇ ਵੱਲੋਂ ਉਹਨਾਂ ਖਿਲਾਫ ਦਿੱਤੇ ਬਿਆਨ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਮਦਮੀ ਟਕਸਾਲ ਦਾ ਦਬਾਅ ਹੈ ਦਾ ਮੂੰਹ ਤੋੜ ਜਵਾਬ ਦਿੱਤਾ। ਦੇਖੋ, ਸ੍ਰੀ ਅਕਾਲ ਤਖਤ ਸਾਹਿਬ ਸਾਰਿਆਂ ਸਿੱਖਾਂ ਦਾ, ਸਾਰੀਆਂ ਸੰਪਰਦਾਵਾਂ ਦਾ, ਸਾਰਿਆਂ ਜਥੇਬੰਦੀਆਂ ਦਾ, ਚਾਹੇ ਉਹ ਟਕਸਾਲੀ ਹੈ ਚਾਹੇ ਉਹ ਮਸ਼ੀਨਰੀ ਹੈ। ਜੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਆਪਣਾ ਪੱਖ ਰੱਖਦਾ ਹੈ, ਉਹਦਾ ਪੱਖ ਜਿਹੜਾ ਹੈ ਉਹ ਸੁਣਿਆ ਵੀ ਜਾਊਗਾ, ਪੱਖ ਵਿਚਾਰਿਆ ਵੀ ਜਾਊਗਾ। ਜੇ ਉਹ ਪੱਖ ਸਹੀ ਹੋਇਆ ਤੇ ਉਹਦੇ ਹੱਕ ਦੇ ਵਿੱਚ ਡਟਿਆ ਵੀ ਜਾਊਗਾ। ਪਰ ਜੇ ਕੋਈ ਆਪਦਾ ਪੱਖ ਉੱਥੇ ਰੱਖਣ ਵਾਸਤੇ ਤਿਆਰ ਨਹੀਂ ਹੈ ਤੇ ਫਿਰ ਜਿਹੜਾ ਹੈ ਪੱਖਪਾਤ ਦੀ ਦੋਸ਼ ਲਾਉਣਾ ਜਿਹੜਾ ਉਹ ਬਿਲਕੁਲ ਗਲਤ ਗੱਲ ਹੈ। ਉਧਰ ਦਿੱਲੀ 'ਚ ਇੱਕ ਰਾਮਲੀਲਾ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਵਰੂਪ ਦੇਣ ਤੇ ਸ਼੍ਰੀ ਮੂਲ ਮੰਤਰ ਸਾਹਿਬ ਤੇ ਡਾਂਸ ਕਰਨ ਦੇ ਮਾਮਲੇ 'ਚ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਬੜੀ ਮੰਦਭਾਗੀ ਗੱਲ ਹੈ ਕਿ ਮੂਲ ਮੰਤਰ ਦੇ ਉੱਤੇ ਡਾਂਸ ਕਰਨਾ ਸਿੱਖ ਰਵਾਇਤਾਂ ਦੀ, ਸਿੱਖ ਮਰਿਆਦਾ ਦੀ, ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਇਹਦੇ ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੁੱਚੀ ਪੜਤਾਲ ਕਰਨ ਦੇ ਆਦੇਸ਼ ਦਿੱਤੇ ਗਏ ਸਨ ਤੇ ਉਹਨਾਂ ਵੱਲੋਂ ਪੜਤਾਲ ਕਰਕੇ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀ ਹੈ ਤੇ ਜਿਹਦੇ ਵਿੱਚ ਪਤਾ ਲੱਗਿਆ ਕਿ ਪ੍ਰਬੰਧਕਾਂ ਨੇ ਮਾਫੀ ਵੀ ਮੰਗੀ ਹੈ। ਉਹਦੇ ਤੇ ਵਿਚਾਰ ਜਿਹੜੀ ਕੀਤੀ ਜਾਏਗੀ। ਮੈਂ ਹੱਥ ਜੋੜ ਕੇ ਸੁਖਜਿੰਦਰ ਰੰਧਾਵਾ ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਕਰਨੀ ਤੇ ਐਸਪੀਸੀ ਕੋਈ ਅਕਾਲੀ ਦਲ ਦੀ ਸੰਸਥਾ ਨਹੀਂ, ਇਹ ਸਿੱਖ ਪੰਥ ਦੀ ਸੰਸਥਾ ਹੈ। ਇਹ ਕਹਿਣਾ ਹੈ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ। ਮੈਂ ਉਹੀ ਬੇਨਤੀ ਕਰਨਾ ਚਾਹੁੰਦਾ ਰੰਧਾਵਾ ਸਾਹਿਬ ਨੂੰ ਤੇ ਕਮੇਟੀ ਦੇ ਮੈਂਬਰਾਂ ਤੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਇਹਦੇ 'ਚ ਆਪਾਂ ਸਿਆਸਤ ਦੀ ਕੀ ਲੋੜ ਹੈ। ਦੇਖੋ, ਹਰ ਚੀਜ਼ ਦਾ ਕੰਮ ਹੁੰਦਾ, ਸਰਕਾਰਾਂ ਦਾ ਅਲੱਗ ਕੰਮ ਹੁੰਦਾ ਹੈ, ਧਾਰਮਿਕ ਸੰਸਥਾਵਾਂ ਦਾ ਅਲੱਗ ਕੰਮ ਹੁੰਦਾ ਹੈ। ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ 'ਚ ਆਈ ਹੈ, ਸਾਰੇ ਸਮਾਗਮ ਜਿੰਨੀਆਂ ਵੀ ਸ਼ਤਾਬਦੀਆਂ ਅੱਜ ਤੱਕ ਮਨਾਈਆਂ ਗਈਆਂ, ਭਾਵੇਂ ਸੈਂਟਰ 'ਚ ਕਾਂਗਰਸ ਸਰਕਾਰ ਹੋਵੇ, ਭਾਵੇਂ ਸੂਬੇ 'ਚ ਕਾਂਗਰਸ ਸਰਕਾਰ ਹੋਵੇ, ਭਾਵੇਂ ਨਿਤਿਸ਼ ਕੁਮਾਰ ਜੀ ਨੇ ਪਟਨਾ ਵਿੱਚ ਮਨਾਈ ਹੋਏ, ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਥੱਲੇ ਹੋਇਆ ਪ੍ਰਧਾਨ ਜੀ। ਸਾਰੇ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਇਹਨਾਂ ਨੂੰ ਕੀ ਪ੍ਰੈਸਟੀਜ ਇਸ਼ੂ ਹੈ? ਤੁਸੀਂ ਕੋਈ ਨਵਾਂ ਇਤਿਹਾਸ ਕਰਨਾ ਚਾਹੁੰਦੇ ਹੋ? ਤੁਸੀਂ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਜ਼ਿਆਦਾ ਪੰਥਕ ਹੋ? ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਸੰਸਥਾ ਨਹੀਂ ਹੈ, ਸਿੱਖ ਪੰਥ ਦੀ ਸੰਸਥਾ ਹੈ, ਡੈਮੋਕ੍ਰੈਟਿਕ ਇਲੈਕਟਿਡ ਬਾਡੀ ਹੈ, ਉਸ ਦਾ ਕੰਮ ਹੈ। ਕੀ ਮੈਂ ਪੁੱਛਣਾ ਚਾਹੁੰਦਾ, ਪੰਜਾਬ ਸਰਕਾਰ ਨੇ ਪਿਛਲੇ 10 ਸਾਲਾਂ ਕਿਤੇ ਕੀਰਤਨ ਦਰਬਾਰ ਕਰਾਇਆ? ਪੰਜਾਬ ਸਰਕਾਰ ਨੇ ਕਿਤੇ ਕੋਈ ਧਾਰਮਿਕ ਸਮਾਗਮ ਕਰਾਇਆ? ਨਹੀਂ, ਕਿਉਂਕਿ ਕੰਮ ਉਹਨਾਂ ਦਾ, ਜੋ ਉਹਨਾਂ ਦਾ ਕੰਮ ਹੈ ਉਹ ਆਪਣਾ ਕੰਮ ਕਰਨ।
ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਤਿਕਾਰਯੋਗ ਹੈ, ਪੂਰਾ ਮਾਨ ਸਤਿਕਾਰ ਸਹਿਯੋਗ ਪਹਿਲੀ ਵੀ ਸ਼ਤਾਬਦੀਆਂ ਹੋਈਆਂ ਜੋ ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਉਦੋਂ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੇ ਆਈ ਸੀ। ਜਦੋਂ ਸਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ 'ਚ ਆਈ ਸੀ। ਕੀ ਤੁਹਾਡੀ ਸਰਕਾਰ ਵੇਲੇ ਵੀ ਬਹੁਤ ਵੱਡੇ ਫੰਕਸ਼ਨ, ਸਰਕਾਰ ਦੀ ਕੀ ਡਿਊਟੀ? ਜਦੋਂ ਸਾਡੀ ਵੀ ਸਰਕਾਰ ਸੀ, ਸ਼ਤਾਬਦੀਆਂ ਬਣੀਆਂ ਸੀ, ਉਹ ਸਾਰੀ ਸਟੇਜ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ। ਸਰਕਾਰ ਦੀ ਕੀ ਡਿਊਟੀ ਉਸ ਵੇਲੇ ਰਹੀ ਸੀ, ਹੁਣ ਕੀ ਬਣ ਗਈ? ਸਰਕਾਰ ਦੀ ਡਿਊਟੀ ਹੈ ਇਨਫਰਾਸਟ੍ਰਕਚਰਲ ਸਪੋਰਟ, ਸਾਰਾ ਜੋ ਬਾਹਰਲਾ ਪ੍ਰਬੰਧ ਹੈ। ਜਿਵੇਂ ਇੱਥੇ ਸਰਕਾਰ ਦੀ ਡਿਊਟੀ ਹੈ, ਜਿਵੇਂ ਸਾਰਾ ਅਰੇਂਜਮੈਂਟ ਸਾਰਾ ਕੁਝ ਹੈ, ਇੰਨੇ ਲੱਖਾਂ ਸ਼ਰਧਾਲੂ ਆਉਣਗੇ, ਉਹਨਾਂ ਨੂੰ ਇਨਕਨਵੀਨੀਅੰਸ ਨਾ ਹੋਏ, ਰੋਡ ਨੈਟਵਰਕ ਠੀਕ ਹੋਏ, ਉੱਥੇ ਮੈਡੀਕਲ ਫੈਸਿਲਿਟੀਜ਼ ਠੀਕ ਹੋਏ, ਉੱਥੇ ਲਾਈਟਿੰਗ ਦਾ ਪ੍ਰਬੰਧ ਪੂਰਾ ਹੋਏ, ਉੱਥੇ ਕੋਈ ਲਾਅ ਐਂਡ ਆਰਡਰ ਸਾਰਾ ਪੂਰਾ ਹੋਏ। ਆਹ ਸਰਕਾਰ ਦੇ ਕੰਮ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਪੰਜਾਬ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਪ੍ਰਧਾਨ ਵਿਕਰਮਜੀਤ ਸਿੰਘ ਮਜੀਠੀਆ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਜਾਇਜ਼ਾ ਲੈਣ ਡੇਰਾ ਬਾਬਾ ਨਾਨਕ ਪਹੁੰਚੇ। ਇਸ ਦੌਰਾਨ ਉਹਨਾਂ ਲਾਂਘੇ ਦੇ ਨਿਰਮਾਣ ਦਾ ਜਾਇਜ਼ਾ ਲਿਆ। ਦੇਖੋ। ਇਸ ਮੌਕੇ ਮੀਡੀਆ ਦੇ ਰੂਬਰੂ ਹੁੰਦਿਆਂ ਹਰਸਿਮਰਤ ਕੌਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਤੇ ਮੋਦੀ ਸਰਕਾਰ ਦੀਆਂ ਤਾਰੀਫਾਂ ਦੇ ਪੁੱਲ ਬੰਨੇ। ਅੱਜ ਪਹਿਲੀ ਵਾਰੀ ਇਸ ਸਥਾਨ ਵਿੱਚ ਆ ਕੇ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਦਾ ਪ੍ਰਕਾਸ਼ ਪੁਰਬ ਜਿਹੜੇ ਸਾਡੇ ਜੀਵਨ ਵਿੱਚ ਆ ਰਿਹਾ ਹੈ, ਇਸ ਸਥਾਨ ਨੂੰ ਦੇਖਦੇ ਹੋਏ ਇੱਥੇ ਬਣ ਰਹੀ ਹੋਈ ਚੀਜ਼ਾਂ ਨੂੰ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਮੈਨੂੰ ਆ ਵੀ ਦਿਸ ਰਿਹਾ ਕਿ ਉੱਥੇ ਕੀ ਕੁਝ ਕੰਮ ਹੋਇਆ ਹੈਗਾ, ਕਿਉਂਕਿ ਉੱਥੇ ਵੀ ਨੀਂਹ ਪੱਥਰ ਰੱਖਣ ਦਾ ਗੁਰੂ ਸਾਹਿਬ ਨੇ ਉੱਥੇ ਜਾਣ ਦਾ ਮਾਣ ਬਖਸ਼ਿਆ ਸੀ ਕਿ ਅੱਜ 550 ਸਾਲ ਬਾਅਦ ਆਪ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਹੋ ਕੇ ਅੱਜ ਕੌਮ ਦੇ ਤੇ ਦੁਨੀਆ ਦੇ ਉੱਤੇ ਕਿੰਨੀ ਵੱਡੀ ਕਿਰਪਾ ਕਰ ਰਹੇ ਨੇ। ਤੇ ਇੱਥੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਕਰੋੜਾਂ ਲੋਕਾਂ ਦੀ ਅਰਦਾਸਾਂ ਬੇਨਤੀਆਂ ਸਦਕਾ ਜਿਹੜਾ ਅੱਜ ਇਹ ਹਕੀਕਤ ਸਾਡੇ ਸਾਹਮਣੇ, ਸਾਡੀ ਅੱਖਾਂ ਦੇ ਸਾਹਮਣੇ, ਪਤਾ ਨਹੀਂ ਕਿੰਨੇ ਅਰਦਾਸ ਬੇਨਤੀ ਕਰਕੇ ਪਰਮਾਤਮਾ ਦੇ ਚਰਨਾਂ 'ਚ ਜਾ ਵਸੇ ਨੇ, ਜਿਹੜਾ ਇਹ ਹਕੀਕਤ ਨਹੀਂ ਦੇਖ ਪਾ ਰਹੇ। ਤੇ ਕਿਤੇ ਨਾ ਕਿਤੇ ਅੱਜ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਤਹਿ ਦਿਲੋਂ ਸ਼ੁਕਰਾਨਾ, ਉੱਥੇ ਆਪਣੇ ਦੇਸ਼ ਦੀ ਸਰਕਾਰ ਤੇ ਆਪਣੇ ਪ੍ਰਧਾਨ ਮੰਤਰੀ ਦਾ ਸ਼ੁਕਰਾਨਾ ਕਰਦੀ ਹਾਂ ਕਿ ਸਿੱਖ ਕੌਮ ਦੀ 70 ਸਾਲ ਪੁਰਾਣੀ ਮੰਗਾ ਕਿ ਦੇਸ਼ ਦੀ ਆਜ਼ਾਦੀ ਹੋਈ, ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀਗੀਆਂ, ਸਾਨੂੰ ਉਸ ਸਥਾਨ ਤੋਂ ਵਾਂਝਾ ਰੱਖਿਆ ਗਿਆ ਜਿੱਥੋਂ ਸਾਡਾ ਸਿੱਖ ਧਰਮ ਸ਼ੁਰੂ ਹੁੰਦਾ ਹੈਗਾ। ਤੇ ਉਸ ਪੁਰਾਣੇ ਸਮੇਂ ਤੋਂ ਅਰਦਾਸ ਕਿ ਸਾਨੂੰ ਉਹਨਾਂ ਗੁਰੂ ਧਾਮਾਂ ਨਾਲ ਜੋੜਿਆ ਜਾਏ, ਉਹਨਾਂ ਦੇ ਦਰਸ਼ਨ ਦੀਦਾਰ ਬਖਸ਼ਣ ਦਾ ਕੰਮ ਅਜੇ ਲਾਂਘੇ ਦੇ ਰਾਹੀਂ, ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ, ਜਿੱਥੇ ਸਿੱਖੀ ਧੁਰ ਤੋਂ ਗੁਰਬਾਣੀ ਸ਼ੁਰੂ ਹੁੰਦੀ ਹੈ, ਅੱਜ ਸਾਡੇ ਪਹਿਲੇ ਪਾਤਸ਼ਾਹੀ ਜੀ ਦੇ ਸਥਾਨ 'ਚ ਜਾ ਕੇ ਅਸੀਂ ਖੁੱਲੇ ਦਰਸ਼ਨ ਦੀਦਾਰ, ਇਹ ਪ੍ਰਧਾਨ ਮੰਤਰੀ ਮੋਦੀ ਜੀ ਦੇ ਉਪਰਾਲੇ ਸਦਕਾ, ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ ਦੀ ਰਕਮ ਖਰਚ ਕੇ ਹੀ ਨਹੀਂ, ਕਿਉਂਕਿ ਪੈਸੇ ਤਾਂ ਬਥੇਰੇ ਪ੍ਰਧਾਨ ਮੰਤਰੀਆਂ ਦੇ ਕੋਲ ਸੀਗੇ, ਲੇਕਿਨ ਜਿਨ੍ਹਾਂ ਦੇ ਕੋਲ ਸੋਚ ਤੇ ਜਿਨ੍ਹਾਂ ਦੇ ਕੋਲ ਉਹ ਤਾਕਤ ਤੇ ਜਿਨ੍ਹਾਂ ਦੇ ਵਿੱਚ ਸਿੱਖ ਕੌਮ ਦਾ ਦਰਦ ਸਮਝਦੇ ਹੋਏ ਸਾਡੀ ਬੇਨਤੀਆਂ ਨੂੰ ਪ੍ਰਵਾਨ ਕੀਤਾ। ਪਿਛਲੇ ਗੁਰਪੁਰਬ ਤੋਂ ਪਹਿਲੇ ਜਿਹੜੀ ਬਾਦਲ ਸਾਹਿਬ ਨੇ ਪਤਾ ਨਹੀਂ ਜਿੰਨੀ ਸਰਕਾਰਾਂ ਆਈਆਂ ਸੀ, 11 ਸਾਲ ਤਾਂ ਮੈਨੂੰ ਹੋ ਗਏ, ਪਹਿਲੇ ਕਾਂਗਰਸ ਦੇ ਕੋਲ ਜਾਂਦੇ ਸੀ, ਜਪਨੀ 2014 ਤੇ ਮਿਲੀ, ਉਸ ਤੋਂ ਬਾਅਦ ਕਈ ਵਾਰੀ ਜਾ ਕੇ ਹਰ ਵਾਰੀ ਆਹੀ ਮੰਗ, ਕਰਤਾਰਪੁਰ ਸਾਹਿਬ ਦਾ ਲਾਂਘਾ, ਸਾਡੇ ਕਾਲੀ ਸੂਚੀ ਨੂੰ ਖਤਮ ਕਰਨਾ, ਸਾਡੇ ਬੰਦੀ ਸਿੱਖਾਂ ਨੂੰ ਰਿਹਾ ਕਰਨਾ, 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ। ਹਰ ਵਾਰੀ ਇਹ ਮੰਗ ਜਿਹੜੀ ਸਰਕਾਰ ਆਂਦੀ ਸੀ ਜਾਂਦੀ ਸੀ, ਸਮਾਂ ਨਿਕਲ ਜਾਂਦਾ ਸੀ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ, ਲੇਕਿਨ ਮੋਦੀ ਸਾਹਿਬ ਨੇ ਇੱਕ ਇੱਕ ਚੀਜ਼ ਦੀ ਸੁਣਵਾਈ ਕਰਦੇ ਹੋਏ ਅੱਜ ਸਾਡੇ ਉਸ ਦਰ ਦੇ ਉੱਤੇ ਮਲਮ ਲਗਾਉਣ ਦਾ ਕੰਮ ਹੀ ਨਹੀਂ, ਲੇਕਿਨ ਇੱਕ ਇਤਿਹਾਸ ਬਣਾਇਆ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਜਿੱਥੇ ਇਹ ਲਾਂਘਾ ਕੁਝ ਹੀ ਦਿਨਾਂ ਦੇ ਵਿੱਚ, ਜਿਸ ਜੰਗੀ ਪੱਧਰ 'ਤੇ ਤੁਸੀਂ ਦੇਖੋ, ਇਸ ਚੀਜ਼ ਨੂੰ ਹੀ ਦੇਖ ਲਓ। ਮੈਨੂੰ ਅੱਜ ਇਹ ਦੱਸ, ਪਿਛਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਗੁਰਪੁਰਬ ਦੇ ਬਾਅਦ 26 ਨਵੰਬਰ ਨੂੰ ਨੀਂਹ ਪੱਥਰ ਰੱਖਿਆ ਗਿਆ ਸੀ। 70 ਸਾਲ ਜਿਹੜੀ ਚੀਜ਼ ਨਹੀਂ ਹੋ ਸਕੀ, ਪਹਿਲੀ ਅਪ੍ਰੈਲ 'ਚ ਇੱਥੇ ਕੰਮ ਸ਼ੁਰੂ ਹੋਇਆ ਤੇ ਹੁਣ ਅਗਲੇ 2-3 ਹਫ਼ਤਿਆਂ 'ਚ ਇੱਥੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ 8 ਜਾਂ 9 ਤਰੀਕ ਨੂੰ ਆ ਕੇ ਇਹਨੂੰ ਉਦਘਾਟਨ ਕਰਕੇ
ਗੁਰਪੁਰਬ ਤੋਂ ਬਾਅਦ ਉੱਥੇ ਦਰਸ਼ਨ ਦੀਦਾਰ ਵੀ ਸ਼ੁਰੂ ਹੋ ਜਾਣਗੇ। ਇਹ ਕਿੰਨੀ ਵੱਡੀ ਚੀਜ਼ ਹੈ। ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਵੱਲੋਂ ਲਗਾਏ $20 ਦੇ ਟੈਕਸ ਨੂੰ ਲੈ ਕੇ ਬੀਬੀ ਬਾਦਲ ਨੇ ਪਾਕਿਸਤਾਨ ਨੂੰ ਖੂਬ ਲਾਂਤਾਂ ਪਾਈਆਂ। ਉਹ ਸਾਰਾ ਕੁਝ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਸਾਰਾ ਰੇਜ਼ ਕੀਤਾ ਹੋਇਆ। ਮੈਨੂੰ ਉਮੀਦ ਹੈ ਕਿ ਜਿਵੇਂ ਅਸੀਂ ਵੀ ਕਹਿੰਦੇ ਕਿ ਆਪਣੇ ਗੁਰੂ ਧਾਮ ਦੇ ਦਰਸ਼ਨ ਕਰਨ ਵਾਸਤੇ ਕਿਸੇ ਨੂੰ ਦੁਨੀਆ 'ਚ ਸ਼ਾਇਦ ਪਾਕਿਸਤਾਨ ਇੱਕ ਇਤਿਹਾਸ ਕਾਇਮ ਕਰੂਗਾ ਕਿ ਆਪਣੇ ਮੁਰਸ਼ਦ ਦੇ ਨਕਮਸਤਕ ਹੋਣ ਵਾਸਤੇ ਉਹ ਪੈਸੇ ਚਾਰਜ ਕਰਨਗੇ। ਤੇ ਮੈਂ ਕਹਿੰਦੇ ਕਿ ਲਾਨਤ ਇਹੋ ਜਿਹੀ ਗੱਲ ਸਾਰਾ ਦੁਨੀਆ ਉਹਨਾਂ ਦੇ ਉੱਤੇ ਇਸ ਗੱਲ 'ਚ ਥੂ ਕਰੂਗਾ। ਸੋ ਅਸੀਂ ਤਾਂ ਪੂਰਾ ਆਪਣੇ ਸਰਕਾਰ ਵੱਲੋਂ ਸਾਡਾ ਪੂਰਾ ਪ੍ਰੈਸ਼ਰ ਹੈ ਕਿ ਇਹ ਨਹੀਂ ਚਾਰਜ ਹੋਣਾ ਚਾਹੀਦਾ, ਲੇਕਿਨ ਉਹ ਸਰਕਾਰ ਕੀ ਫੈਸਲਾ ਕਰਦੀ ਹੈ ਉਹਨਾਂ ਦੇ ਸਰਕਾਰਾਂ ਦੇ ਫੈਸਲਿਆਂ ਦੇ ਉੱਤੇ ਸਾਡੀ ਦੇਸ਼ ਦਾ ਕੋਈ ਕੰਟਰੋਲ ਨਹੀਂ ਹੈ। ਸਾਡੀ ਤਾਂ ਪੂਰਾ ਪ੍ਰੈਸ਼ਰ ਹੈ। $20 ਵਾਲੀ ਗੱਲ ਰੱਖਦੇ ਵੀ ਪਾਕਿਸਤਾਨ ਕਹਿੰਦਾ ਹੈ ਕਿ $20 ਅਸੀਂ ਲੈਣੇ ਉਸ ਤੋਂ ਬਾਅਦ ਫਿਰ ਕੇਂਦਰ ਸਰਕਾਰ ਦਾ ਕੀ ਨੈਕਸਟ? ਦੇਖੋ ਤੁਸੀਂ ਸਾਰੇ ਜਾਣਦੇ ਹੋ ਕੇਂਦਰ ਸਰਕਾਰ ਨੇ ਸਾਫ਼ ਕਹਿਤਾ ਹੈਗਾ ਕਿ ਇਹ ਬਿਲਕੁਲ ਜ਼ੁਲਮ ਹੈਗਾ ਤੇ ਇਹ ਜਜ਼ੀਆ ਟੈਕਸ ਤੋਂ ਘੱਟ ਨਹੀਂ ਹੈਗਾ। ਲੇਕਿਨ ਉਹ ਪਾਕਿਸਤਾਨ ਕੀ ਫੈਸਲਾ ਕਰਦੀ ਮੈਂ ਨਾ ਉਹਦੇ ਬਾਰੇ ਕਹਿ ਸਕਦੀ। ਜਿਮਨੀ ਚੋਣਾਂ ਦਾ ਅਖਾੜਾ ਲੱਗ ਚੁੱਕਿਆ ਹੈ ਤੇ ਪੂਰੀ ਤਰ੍ਹਾਂ ਭਖ ਵੀ ਚੁੱਕਿਆ ਹੈ। ਚਾਰੇ ਪਾਸੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ। ਤੰਜਾਂ ਦੀ ਹਨੇਰੀ ਝੱਖੜ ਬਣ ਸਾਹਮਣੇ ਆ ਰਹੀ ਹੈ। ਵਿਰੋਧੀ ਇੱਕ ਦੂਜੇ ਦੇ ਮੂੰਹ ਤੇ ਚੜਿਆ ਬਨਾਵਟੀ ਨਕਾਬ ਉਤਾਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਚਾਹੇ ਉਹ ਪੰਜਾਬ ਹੋਵੇ ਜਾਂ ਫਿਰ ਹਰਿਆਣਾ, ਹਰ ਪਾਰਟੀ ਪੂਰੇ ਜੋਰਾ ਸ਼ੋਰਾਂ ਨਾਲ ਤਿਆਰੀਆਂ 'ਚ ਜੁਟੀ ਹੋਈ ਹੈ। ਜਿਸਦੇ ਚੱਲਦਿਆਂ ਕਾਂਗਰਸ ਨੇ ਹਰਿਆਣਾ ਚੋਣਾਂ ਲਈ ਆਪਣੇ 40 ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਕਾਂਗਰਸ ਦੇ ਸਟਾਰ ਪ੍ਰਚਾਰਕ ਮੰਨੇ ਜਾਂਦੇ ਤੇ ਆਪਣੀ ਸਪੀਚ 'ਚ ਠੋਕੋ ਤਾਲੀ ਵਿਰੋਧੀਆਂ ਦੇ ਵੱਟ ਕੱਢਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਿਲ ਨਹੀਂ ਕੀਤਾ ਗਿਆ। ਉਧਰ ਪਾਰਟੀ ਨੇ ਸਿੱਧੂ ਦੇ ਜ਼ਖਮਾਂ ਤੇ ਹੋਰ ਨਮਕ ਭੁੱਕਦਿਆਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਅਸ਼ੋਕ ਤੰਵਰ ਨੂੰ ਸਟਾਰ ਪ੍ਰਚਾਰਕ ਰੱਖਿਆ, ਜਿਸ ਕਾਰਨ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਮੀਡੀਆ ਤੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ 'ਚ ਰਹਿਣ ਵਾਲੇ ਸਿੱਧੂ ਸਾਹਿਬ ਅੱਜਕੱਲ ਗੁੰਮਨਾਮ ਨੇ, ਜਿਹੜੇ ਕਦੇ ਮੀਡੀਆ ਤੋਂ ਰੂਬਰੂ ਹੋਏ ਬਿਨਾਂ ਰਹਿ ਨਹੀਂ ਸਕਦੇ ਸੀ। ਅੱਜ ਉਹ ਪੱਤਰਕਾਰਾਂ ਨੂੰ ਵੇਖਦਿਆਂ ਹੀ ਟਲ ਜਾਂਦੇ ਨੇ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਹਲਕਾ ਅੰਮ੍ਰਿਤਸਰ 'ਚ ਸਰਗਰਮ ਨੇ, ਪਰ ਮੀਡੀਆ ਤੋਂ ਫਿਰ ਵੀ ਦੂਰ ਨੇ। ਕੈਪਟਨ ਨਾਲ ਕਲੇਸ਼ ਹੋਣ ਤੋਂ ਬਾਅਦ ਉਹ ਅੱਜ ਤੱਕ ਮੀਡੀਆ ਨਾਲ ਮੁਖਾਤਿਬ ਨਹੀਂ ਹੋਏ। ਕੁਝ ਨਿੱਜੀ ਅਖਬਾਰਾਂ ਦੀ ਮੰਨੀਏ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਹਾਈ ਕਮਾਨ ਨੇ ਹੀ ਸਿੱਧੂ ਨੂੰ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ, ਕਿਉਂਕਿ ਪਹਿਲਾਂ ਹੀ ਸਿੱਧੂ ਕੈਪਟਨ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਦਾ ਕਲੇਸ਼ ਜਗ ਜ਼ਾਹਿਰ ਹੋ ਗਿਆ ਸੀ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਸਾਹਿਬ ਦੇ ਪ੍ਰਚਾਰਕਾਂ ਵਾਲੀ ਲਿਸਟ ਤੋਂ ਆਊਟ ਹੋਣ ਤੋਂ ਬਾਅਦ ਕੀ ਸਿੱਧੂ ਸਾਹਿਬ ਦੀ ਚੁੱਪੀ ਟੁੱਟਦੀ ਹੈ ਜਾਂ ਫਿਰ ਨਹੀਂ। ਨਾਲ ਹੀ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਕਾਂਗਰਸ ਨੂੰ ਇਸ ਦਾ ਚੋਣਾਂ 'ਚ ਕਿੰਨਾ ਕੁ ਨੁਕਸਾਨ ਹੁੰਦਾ ਹੈ। ਜਿੱਥੇ ਪੰਜਾਬ 'ਚ ਜਿਮਨੀ ਚੋਣਾਂ ਨੇ ਮਾਹੌਲ ਗਰਮ ਕੀਤਾ ਹੋਇਆ, ਉੱਥੇ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਨੇ ਵੀ ਅਖਾੜਾ ਪੂਰੀ ਤਰ੍ਹਾਂ ਭਖਾ ਰੱਖਿਆ ਤੇ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਬਣੀ ਹੋਈ ਆ ਅਕਾਲੀ ਭਾਜਪਾ ਦੀ ਫੁੱਟ, ਜਿਸ ਦੇ ਚੱਲਦਿਆਂ ਹੁਣ ਭਾਜਪਾ ਨੇ ਅਜਿਹਾ ਵੱਡਾ ਦਾਅ ਖੇਡ ਦਿੱਤਾ ਜਿਸ ਨਾਲ ਹਰਿਆਣਾ 'ਚ ਅਕਾਲੀ ਭਾਜਪਾ ਦੇ ਇੱਕ ਹੋਣ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਚੁੱਕੀਆਂ ਨੇ। ਜੀ ਹਾਂ, ਹਰਿਆਣਾ ਵਿਧਾਨ ਸਭਾ ਚੋਣਾਂ 2019 ਚ ਭਾਜਪਾ ਨੇ ਹਰਿਆਣੇ ਦੀਆਂ 90 ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਇਸ ਵਾਰ ਟਿਕਟ ਦੀ ਵੰਡ ਨੂੰ ਲੈ ਕੇ ਮੋਦੀ ਸਾਹਿਬ ਨੇ ਅਜਿਹੇ ਵੱਡੇ ਦਾਅ ਖੇਡੇ ਨੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਵਾਰਾਨਾਮੀ ਲੀਡਰ ਟਿਕਟ ਕਮਾਉਣ ਵਿੱਚ ਨਾਕਾਮਯਾਬ ਰਹੇ ਨੇ। ਬੀਜੇਪੀ ਨੇ ਸਭ ਤੋਂ ਜ਼ਿਆਦਾ ਬਦਲਾਅ ਗੁਰੂਗ੍ਰਾਮ ਜ਼ਿਲ੍ਹੇ 'ਚ ਕੀਤੇ ਨੇ, ਜਿੱਥੇ ਦੀਆਂ ਸਾਰੀਆਂ 5 ਸੀਟਾਂ ਤੇ ਬੀਜੇਪੀ ਨੇ ਨਵੇਂ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਮੋਦੀ ਸਰਕਾਰ ਨੇ ਆਪਣੇ ਉਸ ਬਾਦਸ਼ਾਹ ਨੂੰ ਗੁਰੂਗ੍ਰਾਮ ਤੋਂ ਨਜ਼ਰਅੰਦਾਜ਼ ਕੀਤਾ ਜਿਸ ਨੇ 2014 'ਚ ਵਿਰੋਧੀ ਧਿਰ ਨੂੰ ਕਾਫੀ ਵੱਡੇ ਫਰਕ ਨਾਲ ਮਾਤ ਦਿੱਤੀ ਸੀ। ਜੀ ਹਾਂ, ਬੀਜੇਪੀ ਨੇ ਵਿਧਾਇਕ ਉਮੇਸ਼ ਅਗਰਵਾਲ ਨੂੰ ਟਿਕਟ ਨਹੀਂ ਦਿੱਤੀ। ਹਾਲਾਂਕਿ ਟਿਕਟ ਨਾ ਦੇਣ ਦਾ ਨੁਕਸਾਨ ਵੀ ਮੋਦੀ ਸਰਕਾਰ ਨੂੰ ਨਾਲ ਹੀ ਭੁਗਤਣਾ ਪਿਆ, ਕਿਉਂਕਿ ਅਗਰਵਾਲ ਨੇ ਆਪਣੀ ਪਤਨੀ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰ ਦਿੱਤਾ, ਜੋ ਇਸ ਸੀਟ ਤੇ ਮੋਦੀ ਦੀ ਜਿੱਤ ਲਈ ਖਤਰਾ ਬਣ ਸਕਦੀ ਹੈ। ਨਾਲ ਹੀ ਮੋਦੀ ਸਰਕਾਰ ਨੇ ਰਾਵ ਨਰਵੀਰ ਸਿੰਘ ਨੂੰ ਵੀ ਨਜ਼ਰਅੰਦਾਜ਼ ਕੀਤਾ, ਜਿਸ ਤੋਂ ਜਿੱਤ ਦੀ ਉਮੀਦ ਸੀ। ਹਾਲਾਂਕਿ ਬੀਤੇ ਸਮੇਂ ਸਾਹਮਣੇ ਆਈਆਂ ਖਬਰਾਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਸ਼ਾਇਦ ਟਿਕਟ ਨਾ ਮਿਲਣ ਕਾਰਨ ਨਰਵੀਰ ਸਿੰਘ ਬੀਜੇਪੀ ਦਾ ਸਾਥ ਛੱਡ ਸਕਦੇ ਨੇ, ਕਿਉਂਕਿ ਜਿਸ ਬਾਦਸ਼ਾਹਪੁਰ ਦੀ ਸੀਟ ਦਾ ਨਰਵੀਰ ਬਾਦਸ਼ਾਹ ਮੰਨਿਆ ਜਾ ਰਿਹਾ ਸੀ, ਉਸ ਸੀਟ ਤੋਂ ਭਾਜਪਾ ਨੇ ਨਰਵੀਰ ਦੀ ਥਾਂ ਮਨੀਸ਼ ਜਾਦਵ ਤੇ ਦਾ ਖੇਡਿਆ। ਉਧਰ ਸੋਨਾ ਦੇ ਵਿਧਾਇਕ ਤੇਜਪਾਲ ਤੰਬਰ ਵੀ ਚੋਣ ਅਖਾੜੇ ਤੋਂ ਦੂਰ ਰੱਖੇ ਗਏ ਨੇ ਤੇ ਉਹਨਾਂ ਦੀ ਥਾਂ ਸੰਜੇ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਇਸ ਤੋਂ ਬਿਨਾਂ ਪਟੌਦੀ ਤੋਂ ਬਿਮਲਾ ਚੌਧਰੀ ਵੀ ਆਪਣੀ ਟਿਕਟ ਹਾਸਲ ਕਰਨ ਵਿੱਚ ਨਾਕਾਮਯਾਬ ਰਹੇ ਨੇ, ਕਿਉਂਕਿ ਬੀਜੇਪੀ ਨੇ ਚੌਧਰੀ ਦੀ ਥਾਂ ਪਾਰਟੀ ਦੇ ਬੁਲਾਰੇ ਸਤਿਆ ਪ੍ਰਕਾਸ਼ ਤੇ ਜ਼ਿਆਦਾ ਵਿਸ਼ਵਾਸ ਦਿਖਾਇਆ। ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਵੱਡੇ ਖਿਡਾਰੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲੀ ਬੀਜੇਪੀ ਕੀ ਨਵੇਂ ਲੀਡਰਾਂ ਦੇ ਨਾਲ ਜਿੱਤ ਦਾ ਤਾਜ ਹਾਸਲ ਕਰ ਪਾਏਗੀ ਜਾਂ ਨਵੇਂ ਲੀਡਰਾਂ ਦੇ ਖੇਡਿਆਂ ਦਾ ਉਹਨਾਂ ਤੇ ਹੀ ਪੁੱਠਾ ਪੈ ਜਾਵੇਗਾ। ਖੈਰ ਇਹ ਤਾਂ ਪਤਾ ਚੋਣਾਂ ਦੇ ਨਤੀਜਿਆਂ ਤੇ ਹੀ ਲੱਗੇਗਾ।
ਨਸ਼ਾ ਨਸ਼ਾ ਨਸ਼ਾ, ਜਿੱਧਰ ਦੇਖੋ ਨਸ਼ਾ। ਪੰਜਾਬ 'ਚ ਹਰ ਕੋਨੇ 'ਚ ਨਸ਼ਾ। ਪੰਜਾਬ ਨੂੰ ਨਸ਼ੇ ਦੇ ਦੈਂਤ ਨੇ ਪੂਰੀ ਤਰ੍ਹਾਂ ਜਕੜ ਲਿਆ, ਜਿਸ ਦੀਆਂ ਜ਼ਿੰਮੇਵਾਰ ਨੇ ਸਾਡੀਆਂ ਸਰਕਾਰਾਂ ਤੇ ਰਹਿੰਦੀ ਖੂੰਦੀ ਕਸਰ ਕੱਢ ਰਹੀ ਹੈ ਇਹਨਾਂ ਦੇ ਇਸ਼ਾਰੇ ਤੇ ਚੱਲਣ ਵਾਲੀ ਪੰਜਾਬ ਪੁਲਿਸ ਤੇ STF, ਜਿਹੜੀ ਕਿ ਆਪਣੇ ਅਕਾਵਾਂ ਨੂੰ ਇਹ ਦਿਖਾਉਣ ਲਈ ਕਿ ਉਹ ਨਸ਼ਾ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀ ਹੈ, ਪਰ ਉਸ ਦੀ ਆੜ 'ਚ ਉਹ ਬੇਕਸੂਰ ਤੇ ਮਾਸੂਮ ਲੋਕਾਂ ਤੇ ਨਸ਼ੇ ਦੇ ਝੂਠੇ ਪਰਚੇ ਦਰਜ ਕਰਕੇ ਘਿਨੌਣੀ ਕਰਤੂਤਾਂ ਨੂੰ ਅੰਜਾਮ ਦੇ ਰਹੇ ਨੇ। ਕੈਪਟਨ ਸਰਕਾਰ ਨਸ਼ੇ ਦੇ ਮਾਮਲੇ 'ਚ ਬਿਲਕੁਲ ਫੇਲ ਹੋ ਚੁੱਕੀ ਹੈ, ਇਹ ਅੱਜ ਕੱਲ ਹਰ ਇਨਸਾਨ ਕਹਿ ਰਿਹਾ ਤੇ ਲੱਖਾਂ ਘਰਾਂ ਦੇ ਚਿਰਾਗ ਇਸ ਨਸ਼ੇ ਨੇ ਬੁਝਾ ਦਿੱਤੇ ਨੇ, ਜਿਸ ਕਾਰਨ ਵਿਰੋਧੀ ਹਰ ਵਾਰ ਕੈਪਟਨ ਨੂੰ ਇਸ ਮਾਮਲੇ 'ਚ ਲਾਂਤਾਂ ਪਾਉਂਦੇ ਨੇ। ਕੁਝ ਇਸੇ ਤਰ੍ਹਾਂ ਹੋਇਆ ਇਸ ਵਾਰ ਵੀ। ਬੀਤੇ ਦਿਨੀ ਨਸ਼ਾ ਤਸਕਰਾਂ ਨਾਲ ਹੋਈ ਮੁਠਭੇੜ 'ਚ STF ਮੁਲਾਜ਼ਮ ਗੁਰਦੀਪ ਸਿੰਘ ਦੀ ਮੌਤ ਹੋ ਗਈ, ਜਿਸ ਕਾਰਨ ਆਪ ਲੀਡਰ ਅਮਨ ਅਰੋੜਾ ਨੇ ਕੈਪਟਨ ਨੂੰ ਖੂਬ ਪਿਓ ਸ਼ਬਦੀ ਚਪੇੜਾਂ ਮਾਰੀਆਂ। ਦੂਜੇ ਪਾਸੇ ਅਮਨ ਅਰੋੜਾ ਨੇ ਕਿਹਾ ਕਿ ਜੋ ਪੰਜਾਬ ਪੁਲਿਸ ਤੇ STF ਵੱਲੋਂ ਆਮ ਲੋਕਾਂ ਤੇ ਨਸ਼ੇ ਦੇ ਝੂਠੇ ਪਰਚੇ ਪਾ ਕੇ ਧੱਕਾ ਕੀਤਾ ਜਾ ਰਿਹਾ, ਜਿਸ ਦੀ ਤਾਜ਼ਾ ਉਦਾਹਰਣ ਗੜਸ਼ੰਕਰ ਇਲਾਕੇ ਦੀ ਹੈ, ਜਿੱਥੇ ਇੱਕ ਦੁਕਾਨ ਉੱਤੇ ਇੱਕ ਨਸ਼ੇ ਦਾ ਕੇਸ ਪਾਉਣ ਲਈ ਖੋਹੀ ਗੱਡੀ 'ਚ ਪੁਲਿਸ ਵਾਲੇ ਨਸ਼ਾ ਲੈ ਕੇ ਆਏ ਸਨ, ਪਰ ਲੋਕਾਂ ਨੇ ਪੁਲਿਸ ਵਾਲਿਆਂ ਨੂੰ ਕਾਬੂ ਕਰਕੇ ਉਸ ਗੱਲ ਦਾ ਪਰਦਾਫਾਸ਼ ਕਰ ਦਿੱਤਾ, ਜਿਸ ਕਾਰਨ ਇਸ ਗੰਭੀਰ ਮਾਮਲੇ ਤੇ ਕੈਪਟਨ ਅਮਰਿੰਦਰ ਨੂੰ ਨੋਟਿਸ ਲੈਣਾ ਚਾਹੀਦਾ ਹੈ। ਪਿਛਲੇ ਦਿਨੀ ਇੱਕ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਕਿ STF ਦਾ ਇੱਕ ਹਵਲਦਾਰ ਜਿਹੜਾ ਕਿ ਇੱਕ ਡਿਕੋਏ ਕੌਪ ਬਣ ਕੇ ਗਿਆ ਸੀਗਾ ਨਸ਼ੇ ਦੇ ਤਸਕਰਾਂ ਨੂੰ ਫੜਨ ਦੇ ਲਈ, ਤੇ ਉਹਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਗੋਲੀਆਂ ਦੇ ਨਾਲ ਭੁੰਨ ਦਿੱਤਾ ਉਹਨਾਂ ਨਸ਼ੇ ਤਸਕਰਾਂ ਨੇ। ਉਸ ਤੋਂ 2 ਦਿਨ ਬਾਅਦ ਹੀ ਗੜਸ਼ੰਕਰ ਦੇ ਵਿੱਚ ਕੱਲ ਜੋ ਇਨਸੀਡੈਂਟ ਹੋਇਆ ਕਿ ਜਿਹੜੇ STF ਦੇ ਮੁਲਾਜ਼ਮ ਸੀਗੇ ਉਹ ਕਿਸੇ ਦੁਕਾਨ ਦੇ ਉੱਪਰ ਗਏ ਤੇ ਉੱਥੇ ਜਦੋਂ ਤਲਾਸ਼ੀ ਦੇ ਦੌਰਾਨ ਕੁਝ ਨਹੀਂ ਮਿਲਿਆ ਹੈਗਾ ਤੇ ਆਪਦੇ ਕੋਲੋਂ ਆਪਦੀ ਗੱਡੀ ਦੇ ਵਿੱਚੋਂ ਉਹਦੇ ਉੱਪਰ ਚਿੱਟੇ ਦੀਆਂ ਪੁੜੀਆਂ ਕੱਢ ਕੇ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੇ ਘੇਰਿਆ। ਮੈਂ ਸਮਝਦਾ ਕਿ ਬਹੁਤ ਸੀਰੀਅਸ ਇਨਸੀਡੈਂਟ ਹੈ। STF ਦਾ ਮਿਸਯੂਜ਼ ਹੈ ਜਿਹੜੇ ਨਿਚਲੇ ਪੱਧਰ ਦੇ ਮੁਲਾਜ਼ਮ ਨੇ ਕੁਝ ਉਹ ਕਰ ਰਹੇ ਨੇ। ਸੋ ਇਸ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਵਿੰਡਿਕਟਿਵ ਜਿਹੜਾ ਕੋਈ ਪਰਚਾ ਨਾ ਪਵੇ ਵੈਂਡੇਟਾ ਦੇ ਤਹਿਤ, ਉਹਦੇ ਵਾਸਤੇ ਪੰਜਾਬ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਜੋ 4 ਜ਼ਿਮਨੀ ਚੋਣਾਂ ਹੋ ਰਹੀਆਂ ਨੇ, ਉਹਨਾਂ ਚੋਣਾਂ ਦੌਰਾਨ ਲੋਕਾਂ ਨੂੰ ਸਰਕਾਰ ਵਿਰੋਧੀ ਰੁਖ ਤਿਆਰ ਕਰਨਾ ਚਾਹੀਦਾ ਹੈ। ਅਜਿਹਾ ਕਰਕੇ ਲੋਕਾਂ ਨੂੰ ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਵਕਤਾ ਦੇ ਕੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦੀ ਲੋੜ ਹੈ। ਪੰਜਾਬ ਦੀ ਜਿਹੜੇ 4 ਜ਼ਿਮਨੀ ਚੋਣਾਂ ਹੋ ਰਹੀਆਂ ਨੇ, ਪੰਜਾਬ ਦੇ ਲੋਕਾਂ ਦੇ ਲਈ ਇੱਕ ਸੁਨਹਿਰੀ ਮੌਕਾ ਹੈ, ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਸਭ ਤੋਂ ਵੱਡੇ ਹੁੰਦੇ ਨੇ, ਤਾਕਤਵਰ ਹੁੰਦੇ ਨੇ, ਔਰ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਉਣ ਦਾ ਵੋਟਾਂ ਦੇ ਰਾਹੀਂ ਲੋਕਤੰਤਰ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਸਭ ਤੋਂ ਵਧੀਆ ਮੌਕਾ ਹੁੰਦਾ। ਤੇ ਆ ਜਿਹੜੀਆਂ 4 ਹਲਕਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੀ ਕਿ ਚਾਹੇ ਜਵਾਨੀ ਦੀ ਗੱਲ ਕਰ ਲਈਏ, ਕਿਸਾਨੀ ਦੀ ਗੱਲ ਕਰ ਲਈਏ, ਇੰਡਸਟਰੀ ਦੀ ਗੱਲ ਕਰ ਲਈਏ, ਇਕਨੋਮੀ ਦੀ ਗੱਲ ਕਰ ਲਈਏ, ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਗੱਲ ਕਰ ਲਈਏ, ਸਾਰੇ ਵਾਅਦਿਆਂ ਤੋਂ ਝੂਠੀਆਂ ਸੌਹਾਂ ਖਾ ਕੇ ਮੁੱਕਰ ਗਏ ਨੇ। ਸੋ ਇਹਨਾਂ 4 ਹਲਕੇ ਦੇ ਲੋਕਾਂ ਦੇ ਲਈ ਇੱਕ ਸੁਨਹਿਰੀ ਮੌਕਾ ਹੈ ਕਿ ਕਾਂਗਰਸ ਪਾਰਟੀ ਨੂੰ ਔਰ ਅਕਾਲੀ ਦਲ ਦੀਆਂ 10 ਸਾਲ ਦੀਆਂ ਕੁਰੀਤੀਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਬੜੇ ਬੁਰੀ ਤਰੀਕੇ ਨਾਲ ਹਰਾਇਆ ਜਾਵੇ ਤੇ ਥਰਡ ਆਲਟਰਨੇਟਿਵ ਜਿਹੜਾ ਆਮ ਆਦਮੀ ਪਾਰਟੀ, ਉਹਨਾਂ ਦੇ ਉੱਥੇ ਚਾਰੇ ਜਿਹੜੇ ਉਮੀਦਵਾਰ ਨੇ ਉਹ ਜਿਤਾਏ ਜਾਣੇ ਚਾਹੀਦੇ ਨੇ, ਤਾਂ ਕਿ ਇਹਨਾਂ ਸਰਕਾਰਾਂ ਨੂੰ ਜਿਹੜੇ ਸੱਤਾ ਦੇ ਵਿੱਚ ਚੂਰ ਹੋਏ ਪਏ ਨੇ ਉਹਨਾਂ ਨੂੰ ਸਬਕ ਸਿਖਾਇਆ ਜਾ ਸਕੇ, ਤਾਂ ਕਿ ਰਹਿੰਦੇ 2.5 ਸਾਲਾਂ ਦੇ ਵਿੱਚ ਉਹ ਕੰਮ ਕਰ ਸਕਣ। ਰਮਿੰਦਰ ਅਮਲਾ ਕਾਂਗਰਸ ਪਾਰਟੀ ਦਾ ਪੁਰਾਣਾ ਤੇ ਮਿਹਨਤੀ ਵਰਕਰ ਹੈ ਤੇ ਇਹ ਜ਼ਰੂਰੀ ਨਹੀਂ ਕਿ ਗਰੀਬ ਬੰਦਾ ਹੀ ਚੋਣ ਲੜ ਸਕਦਾ, ਅਮੀਰ ਵੀ ਲੜ ਸਕਦਾ। ਪ੍ਰਧਾਨ ਨੇ ਰਮਿੰਦਰ ਨੂੰ ਉਸਦੀ ਮਿਹਨਤ ਕਰਕੇ ਟਿਕਟ ਦਿੱਤੀ ਹੈ, ਨਾ ਕਿ ਪੈਸੇ ਕਰਕੇ। ਇਹ ਕਹਿਣਾ ਹੈ ਕਾਂਗਰਸੀ ਲੀਡਰ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ। ਪਹਿਲਾਂ ਦੇਖੋ ਕਾਂਗਰਸ ਦੇ ਲੀਡਰ ਦਾ ਆਪਣੇ ਅਮੀਰ ਉਮੀਦਵਾਰ ਰਮਿੰਦਰ ਆਮਲਾ ਬਾਰੇ ਕੀ ਕਹਿਣਾ ਹੈ, ਫਿਰ ਚਾਨਣਾ ਪਾਉਣੇ ਆ ਮਾਮਲੇ ਤੇ। ਬੜੀ ਸ਼ਰਮਨਾਕ ਗੱਲ ਹੈ, ਰਮਿੰਦਰ ਆਮਲਾ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ, ਬੜੇ ਕਾਂਗਰਸ ਦੇ ਪੁਰਾਣੇ ਵਰਕਰ ਨੇ। ਔਰ ਜਿਹੜੀ ਗੱਲ ਅਮੀਰੀ ਦੀ ਆ, ਇਹ ਤਾਂ ਹਰ ਕੋਈ ਬੰਦੇ ਦੇ ਵਿੱਚ ਕੋਈ ਜ਼ਰੂਰ ਹੈ, ਹਰ ਬੰਦਾ ਗਰੀਬ ਹੋਵੇ ਤਾਂ ਬੰਦਾ ਇਲੈਕਸ਼ਨ ਲੜੂਗਾ। ਹਰ ਇੱਕ ਬੰਦਾ ਗਰੀਬ ਇਲੈਕਸ਼ਨ ਲੜਦਾ, ਅਮੀਰ ਇਲੈਕਸ਼ਨ ਲੜਦਾ, ਇਹਦੇ ਨਾਲ ਕੋਈ ਉਹਦਾ ਸੰਬੰਧ ਨਹੀਂ। ਔਰ ਬਿਲਕੁਲ ਉਹ ਸਾਡਾ ਕਾਂਗਰਸ ਪਾਰਟੀ ਦਾ ਯੂਥ ਦਾ ਪ੍ਰਧਾਨ ਰਿਹਾ, ਬੜਾ ਵਧੀਆ ਵਰਕਰ ਰਿਹਾ। ਪਾਰਟੀ ਨੇ ਉਹਦੀ ਵਰਕਰੀ ਕਰਕੇ ਉਹਨੂੰ ਉਹਦੇ ਪ੍ਰਧਾਨ ਦੇ ਉਹਨੂੰ ਟਿਕਟ ਦਿੱਤਾ, ਨਾ ਕਿ ਉਹਨੂੰ ਪੈਸੇ ਦੇ ਟਿਕਟ ਦਿੱਤਾ। ਪੰਜਾਬ 'ਚ ਜ਼ਿਮਨੀ ਚੋਣਾਂ ਦਾ ਅਖਾੜਾ ਗਰਮ ਹੋ ਚੁੱਕਿਆ ਤੇ 30 ਸਤੰਬਰ ਤੱਕ ਸਾਰੇ ਆਪਣੀਆਂ ਨਾਮਜ਼ਦਗੀਆਂ ਵੀ ਕਰਵਾ ਚੁੱਕੇ ਨੇ। ਇਸ ਸਭ ਤੋਂ ਬਾਅਦ ਸੁਰਖੀਆਂ 'ਚ ਬਣੀ ਹੋਈ ਹੈ ਜਲਾਲਾਬਾਦ ਸੀਟ, ਕਿਉਂਕਿ ਇਸ ਸੀਟ ਨੂੰ ਸੁਖਬੀਰ ਬਾਦਲ ਦਾ ਹਲਕਾ ਮੰਨਿਆ ਜਾਂਦਾ ਹੈ ਤੇ ਇਸ ਸੀਟ ਤੋਂ ਹੀ ਸੁਖਬੀਰ ਬਾਦਲ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਵੀ ਮਾਤ ਦੇ ਚੁੱਕੇ ਨੇ। ਪਰ ਇਸ ਵਾਰ ਬਾਦਲਾਂ ਨੂੰ ਟੱਕਰ ਦੇਣ ਲਈ ਕੈਪਟਨ ਸਾਹਿਬ ਨੇ ਵੀ ਆਪਣਾ ਜਾਨਦਾਰ ਤੇ ਸ਼ਾਨਦਾਰ ਉਮੀਦਵਾਰ ਮੈਦਾਨ 'ਚ ਉਤਾਰਿਆ। ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਿਕ ਕਾਂਗਰਸ ਦਾ ਉਮੀਦਵਾਰ ਰਮਿੰਦਰ ਆਮਲਾ ਅਮੀਰੀ ਦੇ ਮਾਮਲੇ 'ਚ
ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਤੋਂ ਵੀ ਕਾਫੀ ਅੱਗੇ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਬਾਦਲਾਂ ਨੇ ਚੋਣਾਂ ਸਮੇਂ ਆਪਣੀ ਸੰਪत्ति 217 ਕਰੋੜ ਘੋਸ਼ਿਤ ਕੀਤੀ ਸੀ ਤੇ ਕੈਪਟਨ ਨੇ 86 ਕਰੋੜ 33 ਲੱਖ ਘੋਸ਼ਿਤ ਕੀਤੀ ਸੀ, ਪਰ ਆਮਲਾ ਦੀ ਘੋਸ਼ਿਤ ਹੋਈ ਸੰਪत्ति 234 ਕਰੋੜ 83 ਲੱਖ ਦੇ ਕਰੀਬ ਹੈ, ਜੋ ਕੈਪਟਨ ਦੇ ਸੁਖਬੀਰ ਨਾਲੋਂ ਕਿਤੇ ਵੱਧ ਹੈ। ਹਾਲਾਂਕਿ ਦੱਸ ਦਈਏ ਕਿ ਪੜ੍ਹਾਈ ਦੇ ਮਾਮਲੇ ਵਿੱਚ ਰਵਿੰਦਰ ਆਲਾ 10ਵੀਂ ਤੱਕ ਹੀ ਪਹੁੰਚੇ ਨੇ, ਜਿਸਦੇ ਚੱਲਦਿਆਂ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਮਲਾ ਦੀ ਅਮੀਰੀ ਕਾਰਨ ਉਸ ਨੂੰ ਟਿਕਟ ਦਿੱਤੀ ਗਈ ਹੈ, ਪਰ ਕਾਂਗਰਸ ਦਾ ਕਹਿਣਾ ਹੈ ਕਿ ਉਸ ਦੀ ਮਿਹਨਤ ਤੇ ਇਮਾਨਦਾਰੀ ਨੂੰ ਮੁੱਖ ਰੱਖਦਿਆਂ ਉਸ ਨੂੰ ਟਿਕਟ ਦਿੱਤੀ ਗਈ ਹੈ। ਦੇਖੋ ਇਸ ਬਾਰੇ ਕੀ ਕਹਿਣਾ ਹੈ ਅਕਾਲੀ ਦੇ ਸਾਬਕਾ ਵਿਧਾਇਕ ਸਰੂਪ ਸਿੰਘਲਾ ਦਾ। ਤੁਸੀਂ ਕਹਿ ਰਹੇ ਹੋ ਕਿ ਕਾਂਗਰਸੀ ਕੈਂਡੀਡੇਟ ਬਹੁਤ ਪੈਸੇ ਦੀ ਨਜਾਇਜ਼ ਵਰਤੋਂ ਕਰ ਰਿਹਾ ਹੈ। ਸਾਰੀਆਂ ਕਾਨੂੰਨੀ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਹੈ ਉਹਨਾਂ ਦਾ ਉਲੰਘਣ ਕਰ ਰਿਹਾ ਹੈ ਤੇ ਉਹ ਸਮਝ ਰਿਹਾ ਹੈ ਕਿ ਸ਼ਾਇਦ ਮੈਂ ਪੈਸੇ ਨਾਲ ਇਲੈਕਸ਼ਨ ਜਿੱਤ ਜਾਵਾਂਗਾ। ਇਹ ਬਿਲਕੁਲ ਭੁਲੇਖਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਹੈ ਉਹ ਬਹੁਤ ਮਿਹਨਤੀ ਹੈ, ਲੋਕਾਂ ਦੇ ਵਿੱਚ ਵਿਚਰਨ ਵਾਲੇ ਆ, ਹਮੇਸ਼ਾ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਅੱਜ ਬੱਚੇ ਦੀ ਜ਼ੁਬਾਨ ਤੇ ਸ਼੍ਰੋਮਣੀ ਅਕਾਲੀ ਦਲ ਰਾਜ ਸਿੰਘ ਦੇ ਕੈਂਡੀਡੇਟ ਰਾਜ ਸਿੰਘ ਡਿੱਬੀਪੁਰ ਦਾ ਨਾਮ ਹੈ। ਔਰ ਮੈਂ ਇਹ ਕਹਿ ਸਕਦਾ ਕਿ ਜੋ ਪਿਛਲੇ ਟਾਈਮ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣਾ ਪਰਸਨਲ ਇੰਟਰਸਟ ਲੈ ਕੇ ਇਹ ਬਹੁਤ ਪਛੜੇ ਹੋਏ ਏਰੀਏ ਨੂੰ ਜਿਹੜੀ ਨਵੀਂ ਦਿੱਖ ਦਿੱਤੀ ਹੈ। ਬਹੁਤ ਵਧੀਆ ਇੱਥੇ ਇੰਸਟੀਚਿਊਟ ਆਏ ਨੇ ਔਰ ਪਿੰਡਾਂ ਸ਼ਹਿਰਾਂ ਦੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਿਆਦਾ ਕੰਮ ਹੋਏ ਨੇ। ਉਹਨਾਂ ਨੂੰ ਦੇਖਦੇ ਹੋਏ ਲੋਕ ਇਹ ਜੋ ਲੋਕਾਂ ਨੂੰ ਲਾਲਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਲੋਕ ਇਹਨਾਂ ਨੂੰ ਘਾਹ ਨਹੀਂ ਪਾਉਣਗੇ। ਲੋਕ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਵੱਡੀ ਜਿੱਤ ਪ੍ਰਾਪਤ ਕਰਾ ਕੇ ਇਸ ਏਰੀਏ ਦੀ ਜਿਹੜੀ ਡਿਵੈਲਪਮੈਂਟ ਆ ਉਹਦੇ ਵਿੱਚ ਆਪਣੀ ਮੋਹਰ ਲਾਉਣ। ਜਲਾਲਾਬਾਦ ਦੇ ਐਸਡੀਐਮ ਕੇਸ਼ਵ ਗੋਇਲ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਉਣ ਵਾਲੇ ਉਮੀਦਵਾਰਾਂ ਦੇ ਹਲਫੀਆ ਬਿਆਨ ਚੋਣ ਕਮਿਸ਼ਨ ਨੂੰ ਭੇਜ ਦਿੱਤੇ ਗਏ ਨੇ, ਜਦੋਂ ਕਿ ਉਹਨਾਂ ਦੀ ਇੱਕ ਕਾਪੀ ਨੋਟਿਸ ਬੋਰਡ ਤੇ ਲਗਾਈ ਗਈ ਹੈ, ਪਰ ਅਜੇ ਤੱਕ ਕਿਸੇ ਵੱਲੋਂ ਵੀ ਸ਼ਿਕਾਇਤ ਨਹੀਂ ਕੀਤੀ ਗਈ। ਹਾਂਜੀ, ਜੋ ਨੋਮੀਨੇਸ਼ਨਸ ਫਾਈਲ ਕਰਨ ਦੀ ਪ੍ਰਕਿਰਿਆ ਹੈ ਉਹ 30 ਤਰੀਕ ਤੱਕ ਨੋਮੀਨੇਸ਼ਨਸ ਨਾਮਜ਼ਦਗੀਆਂ ਦਾ ਸਮਾਂ ਖਤਮ ਹੋ ਚੁੱਕਾ ਹੈ ਤੇ ਜਿਸ ਵਿੱਚ ਸਾਡੇ ਕੋਲੇ 11 ਉਮੀਦਵਾਰਾਂ ਨੇ ਆਪਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਸਨ ਤੇ 1 ਤਰੀਕ ਨੂੰ ਇਹਨਾਂ ਦੀ ਸਕਰੂਟਨੀ ਕਰਨ ਉਪਰੰਤ ਸਾਡੇ ਕੋਲ 8 ਉਮੀਦਵਾਰ ਰਹਿ ਗਏ ਨੇ ਤੇ ਅੱਜ ਨਾਮਜ਼ਦਗੀਆਂ ਦਾ ਵਾਪਸ ਲੈਣ ਦਾ ਟਾਈਮ ਹੈ। ਅਜੇ ਤੱਕ ਸਾਡੇ ਕੋਲੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਿੱਤੇ ਨੇ। ਜੋ ਵੀ ਐਫੀਡੈਵਿਟ ਜੋ ਵੀ ਡਾਕੂਮੈਂਟਸ ਇਹਨਾਂ ਵੱਲੋਂ ਜਮ੍ਹਾਂ ਕਰਵਾਏ ਗਏ ਸਨ, ਐਫੀਡੈਵਿਟ ਦੀ ਕਾਪੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ CEO ਪੰਜਾਬ ਦੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੀਆਂ ਗਈਆਂ ਨੇ ਤੇ ਇਹੀ ਕਾਪੀਆਂ ਜੋ ਨੇ ਸਾਡੀ ਆਫਿਸ ਦੇ ਨੋਟਿਸ ਬੋਰਡ ਤੇ ਵੀ ਚਸਪਾ ਕਰ ਦਿੱਤੀਆਂ ਗਈਆਂ ਸਨ। ਇਸ ਟਾਈਮ ਫੀਲਡ ਦੇ ਵਿੱਚ ਕੁੱਲ 8 ਉਮੀਦਵਾਰ ਨੇ। ਜੋ ਇਹਨਾਂ ਦੀ ਸੰਪत्ति ਦੀ ਗੱਲ ਹੈ ਉਸ ਦੀ ਡਿਟੇਲ ਦੇ ਵਿੱਚ ਅਸੀਂ ਨਹੀਂ ਜਾਣ ਸਕਦੇ। ਉਹ ਅਸੀਂ ਐਫੀਡੈਵਿਟਸ ਜਿਉਂ ਦੀ ਤਿਉਂ CEO ਪੰਜਾਬ ਦੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੇ ਨੇ ਤੇ ਇਹਨਾਂ ਦੀ ਇੱਕ ਕਾਪੀ ਸਾਡੇ ਆਫਿਸ ਦੇ ਨੋਟਿਸ ਬੋਰਡ ਦੇ ਉੱਤੇ ਵੀ ਚਸਪਾ ਕਰ ਦਿੱਤੀ ਹੈ। ਅਗਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਦੇ ਸਕਦਾ ਹੈ। ਇਤਰਾਜ਼ ਦੇਣ ਦਾ ਜੋ ਸਮਾਂ ਉਹ ਨਿਕਲ ਚੁੱਕਾ ਹੈ 1 ਤਰੀਕ ਨੂੰ ਤੇ ਇਸ ਦੇ ਉੱਪਰ ਸਾਡੇ ਕੋਲ ਕੋਈ ਵੀ ਇਤਰਾਜ਼ ਪ੍ਰਾਪਤ ਨਹੀਂ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਤੋਂ ਡਾਕਟਰ ਰਾਜ ਸਿੰਘ ਡਿੱਬੀਪੁਰਾ ਨੇ ਜੀ, ਆਮ ਆਦਮੀ ਪਾਰਟੀ ਤੋਂ ਮਹਿੰਦਰ ਸਿੰਘ ਕਚੂਰਾ ਨੇ ਜੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਮਿੰਦਰ ਸਿੰਘ ਆਮਲਾ ਨੇ ਜੀ। ਦੇਖੋ, ਬਾਦਲਾਂ ਦਾ ਕੋਈ ਧਰਮ ਨਹੀਂ, ਕੋਈ ਦੀਨ ਈਮਾਨ ਨਹੀਂ, ਉਹਨਾਂ ਨੂੰ ਤਾਂ ਆਪਣਾ ਪਰਿਵਾਰ ਚਾਹੀਦਾ ਹੈ। ਸਭ ਤੋਂ ਪਹਿਲਾਂ ਜੇ ਇਹਨਾਂ ਨੇ ਹਰਿਆਣਾ 'ਚ ਇਨੈਲੋ ਨਾਲ ਮਿਲ ਕੇ ਚੋਣਾਂ ਲੜਨੀਆਂ ਨੇ ਤਾਂ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ। ਇਹ ਬਾਦਲ ਪਰਿਵਾਰ ਦੀ ਇੰਨੀ ਇੱਜ਼ਤ ਕੀਤੀ ਹੈ ਕਾਂਗਰਸ ਲੀਡਰ ਤੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ। ਪਰ ਇਹਨਾਂ ਦੇ ਇਸ ਬਿਆਨ ਤੋਂ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਸਮਾਗਮ ਭਾਵੇਂ ਬੱਚਿਆਂ ਦਾ ਹੋਵੇ ਜਾਂ ਫਿਰ ਸਿਆਸੀ, ਇਹ ਲੀਡਰ ਸਿਆਸਤ ਕਰਨਾ ਤੇ ਸਿਆਸੀ ਬਿਆਨਬਾਜ਼ੀ ਕਰਨਾ ਨਹੀਂ ਭੁੱਲਦੇ। ਬੇਸ਼ੱਕ ਔਜਲਾ ਸਾਹਿਬ ਇਸ ਮੌਕੇ ਸਕੂਲ 'ਚ ਬੱਚਿਆਂ ਲਈ ਆਯੋਜਿਤ ਕੀਤੇ ਸਮਾਗਮ 'ਚ ਪਹੁੰਚੇ ਸੀ, ਪਰ ਫਿਰ ਵੀ ਰਾਜਨੀਤੀ ਕਰਨਾ ਨਹੀਂ ਭੁੱਲੇ ਤੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈ ਹੀ ਲਿਆ ਤੇ ਬਾਦਲ ਪਰਿਵਾਰ ਤੇ ਖੂਬ ਤੰਜ ਕਸੇ। ਪਹਿਲਾਂ ਦੇਖੋ ਤੇ ਸੁਣੋ ਔਜਲਾ ਸਾਹਿਬ ਦੇ ਮੂੰਹੋਂ ਬਾਦਲਾਂ ਦੀ ਤੰਜ ਭਰਪੂਰ ਇੱਜ਼ਤ। ਉਹ ਦੇਖੋ, ਉਹ ਉਹਨਾਂ ਦਾ ਕੋਈ ਧਰਮ ਨਹੀਂ, ਉਹਨਾਂ ਦਾ ਕੋਈ ਦੀਨ ਨਹੀਂ ਗਾ, ਉਹਨਾਂ ਨੂੰ ਤਾਂ ਸਿਰਫ ਆਪਣਾ ਪਰਿਵਾਰ ਚਾਹੀਦਾ ਹੈ।
ਸਭ ਤੋਂ ਪਹਿਲਾਂ ਜੇ ਇਹਨਾਂ ਨੇ ਕੋਈ ਇਲੈਕਸ਼ਨ ਹਰਿਆਣੇ 'ਚ ਬੀਜੇਪੀ ਨਾਲ ਲੜਨੀ ਹੈ ਤਾਂ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਫਿਰ ਅੱਗੇ ਜੇ ਨੈਤਿਕਤਾ ਦੀ ਗੱਲ ਕਰਦੇ ਜੇ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ ਤੇ ਫਿਰ ਇਹਨਾਂ ਨੂੰ ਉੱਥੋਂ ਰਿਜ਼ਾਈਨ ਕਰਨਾ ਚਾਹੀਦਾ, ਫਿਰ ਅੱਗੇ ਨੈਲੋ ਨਾ ਕਰਨ ਜਿਹਦੇ ਨਾਲ ਮਰਜ਼ੀ ਸਮਝੌਤਾ ਕਰਨ। ਉਸ ਤੋਂ ਬਾਅਦ ਮੀਡੀਆ ਨੇ ਔਜਲਾ ਸਾਹਿਬ ਤੋਂ ਇਹ ਸਵਾਲ ਕੀਤਾ ਕਿ ਕੈਪਟਨ ਸਾਹਿਬ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਿਉਂ ਕੀਤਾ, ਜਿਸ ਦਾ ਜਵਾਬ ਔਜਲਾ ਸਾਹਿਬ ਨੇ ਬੜੀ ਹੀ ਹੁਸ਼ਿਆਰੀ ਨਾਲ ਤੇ ਚਤੁਰਾਈ ਨਾਲ ਕੈਪਟਨ ਸਾਹਿਬ ਦੀ ਤਾਰੀਫ ਕਰਦੇ ਹੋਏ ਦਿੱਤਾ। ਦੇਖੋ, ਉਹ ਕੈਪਟਨ ਸਾਹਿਬ ਦੱਸ ਸਕਦੇ ਹੈ, ਕਾਰਨ ਹੋਏਗਾ ਕੋਈ। ਉਹ ਇਸ ਗੱਲ ਤੋਂ ਵੀ ਦੁਖੀ ਨੇ ਕਿ ਜਿੱਦਾਂ ਹੁਣ ਜਿਸ ਤਰੀਕੇ ਨਾਲ ਡਰੋਨ ਦੇ ਨਾਲ ਹਥਿਆਰ ਇੱਥੇ ਭੇਜੇ ਜਾ ਰਹੇ ਆ, ਉਹ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਦੇਸ਼ ਆ, ਬਾਕੀ ਕੰਮ ਬਾਅਦ 'ਚ ਆ। ਸੋ ਇਹ ਉਹਨਾਂ ਦਾ ਫੈਸਲਾ ਹੋਏਗਾ। ਮੈਂ ਅਜੇ ਤੁਸੀਂ ਗੱਲ ਦੱਸੀ ਹੈ, ਮੈਂ ਸੀਐਮ ਸਾਹਿਬ ਨਾਲ ਗੱਲ ਕਰੂੰਗਾ ਕਿ ਕੀ ਰੀਜ਼ਨ ਸੀ, ਪਰ ਜਿੱਥੇ ਤੱਕ ਮੈਨੂੰ ਲੱਗਦਾ ਉਹ ਇਹੀ ਹੈ ਕਿਉਂਕਿ ਬਾਰ-ਬਾਰ ਨਸ਼ਾ, ਬਾਰ-ਬਾਰ ਜਿਹੜੇ ਤਰੀਕੇ ਨਾਲ ਹਥਿਆਰ ਭੇਜੇ ਜਾ ਰਹੇ ਡਰੋਨ ਦੇ ਨਾਲ, ਉਹ ਇਸ ਗੱਲ ਤੋਂ ਜ਼ਰੂਰ ਖਫਾ ਨੇ। ਤੁਸੀਂ ਦੇਖਿਆ ਕਿਵੇਂ ਔਜਲਾ ਸਾਹਿਬ ਨੇ ਕੈਪਟਨ ਸਾਹਿਬ ਦੀ ਤਾਰੀਫ ਦੇ ਪੁੱਲ ਬਣ ਦਿੱਤੇ ਤੇ ਉਹਨਾਂ ਨੂੰ ਸਹੀ ਸਾਬਿਤ ਕਰ ਦਿੱਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।